दुआबा रेडियो, दुआबा रेडियो, दुआबा रेडियो, दुआबा रेडियो, दुआबा रेडियो। प्यारे बच्चों, मैं सरकारी प्राइमरी स्कूल संघेड़ा ब्लाक महल कलां ਜ਼ਿਲ੍ਹਾ ਬਰਨਾਲਾ ਤੋਂ ਤੁਹਾਡੀ ਤੀਸਰੀ ਜਮਾਤ ਦੀ ਅਧਿਆਪਕਾ ਹਰਵਿੰਦਰ ਕੌਰ ਬੋਲ ਰਹੀ ਹਾਂ। ਬੱਚਿਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚਿਓ, ਤੁਸੀਂ ਸਾਰਿਆਂ ਨੇ ਊਠ ਤਾਂ ਦੇਖਿਆ ਹੀ ਹੋਵੇਗਾ। ਜੇਕਰ ਕਿਸੇ ਨੇ ਨਹੀਂ ਦੇਖਿਆ ਤਾਂ ਉਸਨੇ ਪਹਿਲੀ ਜਮਾਤ ਵਿੱਚ ਊੜਾ ਊਠ ਤਾਂ ਪੜ੍ਹਿਆ ਹੀ ਹੋਵੇਗਾ ਜਾਂ ਉਸਦੀ ਤਸਵੀਰ ਵੇਖੀ ਹੋਵੇਗੀ, ਕਿਉਂਕਿ ਪਹਿਲੀ ਜਮਾਤ ਵਿੱਚ ਤੁਸੀਂ ਸਭ ਤੋਂ ਪਹਿਲਾਂ ਊੜਾ ਊਠ ਹੀ ਪੜ੍ਹਦੇ ਹੋ। ਬੱਚੇ, ਊਠ ਇੱਕ ਉੱਚਾ ਲੰਮਾ ਪਸ਼ੂ ਹੈ ਜਿਸ ਨੂੰ ਪੁਰਾਣੇ ਸਮੇਂ ਵਿੱਚ ਸਮਾਨ ਦੀ ਢੋਆ ਢੁਆਈ ਲਈ ਰੇਹੜੀ ਦੇ ਅੱਗੇ ਜੋੜ ਲਿਆ ਜਾਂਦਾ ਸੀ। ਇਹ ਰੇਤਲੇ ਰਾਹ ਉੱਤੇ ਬਹੁਤ ਹੀ ਸੌਖੀ ਤਰ੍ਹਾਂ ਨਾਲ ਤੁਰ ਸਕਦਾ ਹੈ। ਊਠ ਕਈ ਦਿਨ ਪਾਣੀ ਤੋਂ ਬਿਨਾਂ ਜਿਉਂਦਾ ਰਹਿ ਸਕਦਾ ਹੈ। ਇਸੇ ਕਾਰਨ ਇਸ ਨੂੰ ਰੇਗਿਸਤਾਨ ਦਾ ਜਹਾਜ਼ ਵੀ ਕਿਹਾ ਜਾਂਦਾ ਹੈ। ਪਿਆਰੇ ਬੱਚੋ, ਅੱਜ ਮੈਂ ਤੁਹਾਨੂੰ ਉਸੇ ਊਠ ਬਾਰੇ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਕਿ ਤੁਹਾਡੀ ਤੀਸਰੀ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਪਾਠ ਦੂਜਾ ਵਿੱਚ ਦਰਜ ਹੈ। ਕਹਾਣੀ ਦਾ ਨਾਮ ਹੈ ਊਠ ਕਿੱਥੇ ਗਿਆ। ਸੋ ਪਿਆਰੇ ਬੱਚਿਓ, ਮੈਂ ਹੁਣ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਹਾਂ। ਤੁਸੀਂ ਇਸ ਨੂੰ ਬੜੇ ਹੀ ਧਿਆਨ ਨਾਲ ਸੁਣਨਾ। ਜੈਸਮੀਨ ਨੂੰ ਆਪਣੇ ਬਾਬਾ ਜੀ ਦੀ ਸੁਣਾਈ ਕਹਾਣੀ ਯਾਦ ਆ ਗਈ। ਉਹ ਖੁੱਲ੍ਹ ਕੇ ਹੱਸੀ। ਕਹਾਣੀ ਹੱਸਣ ਵਾਲੀ ਹੀ ਸੀ। ਕਹਾਣੀ ਇਸ ਤਰ੍ਹਾਂ ਸੀ। ਕਰੀਮੂ ਕੋਲ 10 ਊਠ ਸਨ। ਉਸਦੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਊਠਾਂ ਦੀ ਮੰਡੀ ਲੱਗਦੀ ਸੀ। ਪਿਆਰੇ ਬੱਚੋ, ਮੰਡੀ ਇੱਕ ਤਰ੍ਹਾਂ ਦਾ ਬਾਜ਼ਾਰ ਹੈ ਜਿੱਥੇ ਕਿਸੇ ਚੀਜ਼ ਨੂੰ ਵੇਚਿਆ ਜਾਂ ਖਰੀਦਿਆ ਜਾਂਦਾ ਹੈ। ਇਸੇ ਤਰ੍ਹਾਂ ਪਿੰਡ ਤੋਂ ਦੂਰ ਸ਼ਹਿਰ ਵਿੱਚ ਵੀ ਊਠਾਂ ਦੀ ਮੰਡੀ ਲੱਗਦੀ ਸੀ ਜਿੱਥੇ ਊਠਾਂ ਨੂੰ ਵੇਚਿਆ ਜਾਂ ਖਰੀਦਿਆ ਜਾਂਦਾ ਸੀ। ਕਰੀਮੂ ਨੇ ਆਪਣੇ ਊਠ ਉਸ ਮੰਡੀ ਵਿੱਚ ਲੈ ਕੇ ਜਾਣੇ ਸਨ। ਰਾਹ ਲੰਮਾ ਤੇ ਰੇਤਲਾ ਸੀ, ਇਸ ਲਈ ਕਰੀਮੂ ਸਵੇਰੇ ਹੀ ਊਠਾਂ ਨੂੰ ਲੈ ਤੁਰਿਆ। ਉਸਨੇ ਊਠਾਂ ਨੂੰ ਕਤਾਰ ਵਿੱਚ ਤੋਰਿਆ। ਇੱਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਬੰਨ੍ਹ ਦਿੱਤੀ। ਨਕੇਲ ਹੁੰਦੀ ਹੈ ਪਿਆਰੇ ਬੱਚਿਓ ਕਿਸੇ ਪਸ਼ੂ ਦੇ ਨੱਕ ਵਿੱਚ ਪਾਈ ਜਾਣ ਵਾਲੀ ਰੱਸੀ, ਤੇ ਮੁਹਾਰ ਵੀ ਇੱਕ ਤਰ੍ਹਾਂ ਦੀ ਰੱਸੀ ਹੁੰਦੀ ਹੈ ਜੋ ਪਸ਼ੂ ਦੇ ਅੱਗੇ ਬੰਨੀ ਹੁੰਦੀ ਹੈ। ਇਸ ਤਰ੍ਹਾਂ ਇੱਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਕਰੀਮੂ ਨੇ ਬੰਨ੍ਹ ਦਿੱਤੀ। ਇਸ ਤਰ੍ਹਾਂ ਸਾਰੇ ਊਠ ਇੱਕ ਦੇ ਪਿੱਛੇ ਇੱਕ ਤੁਰਨ ਲੱਗੇ। ਸੂਰਜ ਉੱਚਾ ਹੋਇਆ, ਰੇਤਲਾ ਰਾਹ ਭਖਣ ਲੱਗਿਆ। ਊਠਾਂ ਨੂੰ ਰੇਤਲੇ ਰਾਹ ਉੱਤੇ ਤੁਰਨਾ ਔਖਾ ਨਹੀਂ ਸੀ ਲੱਗਦਾ। ਕਰੀਮੂ ਲਈ ਰੇਤ ਉੱਤੇ ਤੁਰਨਾ ਸੌਖਾ ਨਹੀਂ ਸੀ। ਉਹ ਚੱਲਦਾ ਥੱਕ ਗਿਆ ਸੀ। ਰਾਹ ਵਿੱਚ ਕੋਈ ਵੀ ਰੁੱਖ ਨਹੀਂ ਸੀ। ਰੇਤਲੇ ਇਲਾਕੇ ਵਿੱਚ ਰੁੱਖ ਤਾਂ ਦੂਰ ਤੱਕ ਨਹੀਂ ਸਨ। ਕਰੀਮੂ ਨੇ ਸੋਚਿਆ ਕਿ ਅਖੀਰਲੇ ਊਠ ਉੱਤੇ ਬੈਠਿਆ ਜਾਵੇ। ਇਸ ਤਰ੍ਹਾਂ ਨਾਲ ਅੱਗੇ ਤੁਰਦੇ ਸਾਰੇ ਊਠ ਦਿਸਦੇ ਰਹਿਣਗੇ। ਕਰੀਮੂ ਊਠ ਉੱਤੇ ਬੈਠ ਗਿਆ। ਆਰਾਮ ਨਾਲ ਬੈਠਾ ਉਹ ਕੋਈ ਗੀਤ ਗੁਣਗੁਣਾਉਣ ਲੱਗਿਆ। ਊਠਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਟੁਣਕ ਰਹੀਆਂ ਸਨ। ਫਿਰ ਉਹ ਪਾਲ ਵਿੱਚ ਤੁਰਦੇ ਊਠਾਂ ਨੂੰ ਵੇਖਣ ਲੱਗਿਆ। ਪਿਆਰੇ ਬੱਚਿਓ, ਪਾਲ ਦਾ ਅਰਥ ਹੈ ਇੱਥੇ ਕਤਾਰ, ਲਾਈਨ। ਜਿਵੇਂ ਤੁਸੀਂ ਪ੍ਰੇਅਰ ਵਿੱਚ ਇੱਕ ਪਾਲ ਵਿੱਚ ਖੜ੍ਹਦੇ ਹੋ, ਚੌਥੀ ਕਲਾਸ ਇੱਕ ਪਾਲ ਵਿੱਚ, ਪੰਜਵੀਂ ਕਲਾਸ ਪਹਿਲੀ ਕਲਾਸ ਇੱਕ ਪਾਲ ਵਿੱਚ ਖੜ੍ਹਦੀ ਹੈ। ਪਾਲ ਦਾ ਮਤਲਬ ਹੈ ਕਤਾਰ। ਇਸੇ ਤਰ੍ਹਾਂ ਊਠ ਵੀ ਇੱਕ ਪਾਲ ਵਿੱਚ ਜਾ ਰਹੇ ਸੀ। ਫਿਰ ਉਹ ਪਾਲ ਵਿੱਚ ਤੁਰਦੇ ਊਠਾਂ ਨੂੰ ਵੇਖਣ ਲੱਗਿਆ। ਉੱਚੇ ਊਠ ਤੇ ਨਾਲ ਉਹਨਾਂ ਦੇ ਲੰਬੇ ਪਰਛਾਵੇਂ ਦਿਖਾਈ ਦੇ ਰਹੇ ਸਨ। ਅਚਾਨਕ ਕਰੀਮੂ ਆਪਣੇ ਅੱਗੇ ਜਾਂਦੇ ਊਠਾਂ ਨੂੰ ਗਿਣਨ ਲੱਗਿਆ। 1 2 3 8 9 ਹੈ। ਇਹ ਕੀ? ਊਠ ਤਾਂ 10 ਸਨ।
9 किवें रह गए? करीमू घाबर के हेठा उतरिया। फिर वह ऊठां नूं गिनन लगा। करीमू घाबर के हेठा उतरिया, फिर वह ऊठां नूं गिनन लग्या। ऊठ 10 ही निकले। उसनूं शायद भुलेखा लग गया सी। इस पिछों वह मुड़ ऊठ उत्ते जा बैठिया। उसने ऊठ उत्ते बैठदियां ही ऊठां नूं फिर तो गिनना शुरू कर दिता। 1 2 3 4 8 9। हाय, ऊठ तो फिर 9 रह गए। एक ऊठ कित्थे गया? करीमू बेचैन हो गया। वो ऊठ तो छाल मार के हेठां उतरिया। उसने सारे ऊठ खड़ा लए, फिर हरेक नूं हथ ला ला के गिनन लग्या। उसने सुख दा साह लिया। ऊठ 10 ही सन। इस पिछों करीमू ऊठ उत्ते ना बैठिया। ऊठ उत्ते बैठण नाल एक ऊठ घट जांदा है। इन्ना महंगा ऊठ? ना बाबा ना, मैं तो औखा सौखा पैदल ही चलांगा। जदों भी बाबा जी ये कहानी सुणाउंदे तां असीं खूब हसदे। प्यारे बच्चों, तुहानूं कहानी सुन के बड़ा आनंद आया होवेगा। प्यारे बच्चों, की तुहानूं समझ आया कि जदों करीमू ऊठ उत्ते बैठ जांदा सी तां एक ऊठ क्यों घट जांदा सी, ते जदों वो थल्ले उतरे आउंदा सी ऊठ तो फिर ऊठां नूं गिनदा सी तां ऊठ 10 ही निकलदे सन। ये क्यों? ये कोई जादू नहीं सी। प्यारे बच्चों, जदों करीमू ऊठ दे उपर बैठ जांदा ते ऊठां नूं गिनदा तां ओह उस ऊठ नूं गिनना भुल जांदा सी जिस उत्ते ओह आप बैठा हुंदा सी। अते जदों ओह ऊठ तो थल्ले उतर के ऊठां नूं गिनदा तां ओह सारे ऊठां नूं गिन लैंदा सी। इस करके ऊठ दे उपर बह के जदों ओह ऊठां नूं गिनदा तां ऊठ 9 रह जांदे सन, क्योंकि वह अपने तो अगे तुरदे सारे ऊठां नूं गिन लैंदा सी, पर जिस ऊठ उत्ते वह आप बैठा हुंदा सी उस नूं गिनना भुल जांदा सी। ते जदों वह ऊठ तो थल्ले उतर के ऊठां नूं गिनदा तां वह सारे ऊठां नूं गिन लैंदा सी ते ऊठ 10 बन जांदे सन। ये उस दे गिनन विच ही गलती सी। सो प्यारे बच्चों, इस तो बाद तुहाडी पाठ पुस्तक विच इसदा पाठ अभ्यास दिता गया है। इस पाठ दा ओह आपां करदे हां। नंबर 1 ते हैगा शब्द अर्थ। शब्द अर्थ दिते गए, कुछ शब्द दिते गए है नाल उन्हां दे अर्थ दिते गए जो कि पाठ विचों ही ने। मंडी, मंडी का अर्थ है बाजार, जिथे किसी चीज़ की खरीद या बेच की जाती है। तुहानूं पहलां भी दस्सिया। नकेल, नकेल हुंदी है पशु के नक विच पाई जाण वाली रस्सी। टुणक, टुणक का अर्थ है खड़कार, जो चीज़ खड़कदी होवे। घाबर के, डर के। खूब, खूब, खूब का अर्थ है बहुत। रेतला, रेतला का अर्थ है रेत वाला। पखन, पखन का अर्थ है गर्म। पाल, पाल का अर्थ है कतार। महंगा, महंगा का अर्थ है कीमती। नंबर 2 ते हैगा कुछ मौखिक प्रश्न दिते गए ने। पहला प्रश्न है, जैस्मीन नूं किस दी सुनाई कहानी याद आई? उत्तर इसदा हैगा जैस्मीन नूं अपने बाबा जी दी सुनाई कहानी याद आई। जैस्मीन नूं किस दी सुनाई कहानी याद आई? अच्छा दसो, जैस्मीन नूं किस दी सुनाई कहानी याद आई? जैस्मीन नूं अपने बाबा जी दी सुनाई कहानी याद आई। दूसरा प्रश्न है, करीमू ऊठ उत्ते बैठ के की करन लगा? उत्तर हैगा करीमू ऊठ उत्ते बैठ के कोई गीत गुनगुनाउण लगा। करीमू ऊठ उत्ते बैठ के की करन लगा? करीमू ऊठ उत्ते बैठ के कोई गीत गुनगुनाउण लगा। तीसरा प्रश्न है, राह किहो जिहा सी? उत्तर हैगा राह लम्मा अते रेतला सी। राह किहो जिहा सी? राह लम्मा अते रेतला सी। ये 3 बेटा प्यारे बच्चों मौखिक प्रश्न सी। थोड़े मौखिक प्रश्न हुंदे आ जिहड़े मूँह जबानी सुने जाण, जिन्हां नूं लिखण दी लोड़ नहीं हुंदी। मौखिक मीनज मूँह जबानी।
तीसरे नंबर ते हैगा प्यारे बच्चों ठीक वाकां अगे सही दा निशान ते गलत वाकां अगे गलत दा निशान लगाना है। इत्थे 4 वाक दिते गए है, इन्हां विचों जिहड़े गलत वाक है उहदे उपर पिछे आपां काटी दा निशान लगावांगे अते जो ठीक ने उन्हां दे वाकां दे मगर आपां सही दा निशान लगावांगे। ऊड़ा वाक है उठां दे गलां विच टल्लियां बन्नियां सन। ये वाक ठीक है, ये आपां वाक दे अंत विच सही दा निशान लगा देना है। आड़ा वाक क्रीमू दे बार बार गिनन ते 2 ऊठ घट जांदे सन। हाँ प्यारे बच्चों दसो 2 ऊठ घटदे सन? नहीं, क्रीमू दे बार बार गिनन उत्ते 1 ऊठ घट जांदा सी, इस करके ये गलत है। इस वाक दे अंत विच घट ही लगा देनी है। ईड़ी वाक है क्रीमू अखीरले ऊठ उपर बैठा सी। यह सही वाक है क्योंकि क्रीमू 10वें ऊठ भाव अखीरले ऊठ उत्ते बैठा सी, इस वाक दे मगर घट ही लगा देनी है। सस्सा वाक है क्रीमू ऊठां नूं खेत ले जा रहा सी। ये गलत है। क्यों गलत है? क्योंकि क्रीमू शहर विच ऊठां नूं किसी मंडी विच बेचण ले जा रहा सी, खेत नहीं ले जा रहा सी, इस करके यह वाक गलत है। इस वाक दे अंत विच घट ही लगा देनी है। चौथे नंबर ते बेटा कुछ खाली थावां दित्तियां गईयां ने। हर एक खाली थां दे नाल 2 शब्द दिते गए हैं। जो शब्द आपां नूं इस खाली थां विच भरन लई ढुकवां लगदा है वो आपां इहदे विच भरांगे। ऊड़ा खाली थाम है पिंड तो दूर शहर विच ऊठां दी मंडी डैश लगदी सी। कतार जां मंडी की लगदी सी? मंडी। ते मंडी भरिया जाऊगा पिंड तो दूर शहर विच ऊठां दी मंडी लगदी सी। आड़ा खाली थाम है क्रीमू नूं रेत उत्ते तुरना डैश लगदा सी। सौखा जां औखा? औखा। क्रीमू नूं रेत उत्ते तुरना औखा लगदा सी। ईड़ी खाली थाम है क्रीमू कोई डैश गुनगुनाउण लग्या। गीत जां शब्द? क्रीमू कोई गीत गुनगुनाउण लग्या, गीत भरिया जाऊगा इहदे विच। सस्सा खाली थाम हैगी आ ऊठां दे गलां विच बन्नियां टल्लियां डैश रहियां सन। टुणक जां टुट? इत्थे प्यारे बच्चों टुणक भरिया जाऊगा। ऊठां दे गलां विच बन्नियां टल्लियां टुणक रहियां सन। हाहा खाली थाम है उच्चे ऊठां दे परछावें डैश सन। छोटे जां लम्मे? लम्मे। ऊंचे ऊठां दे परछावें लम्मे सन। 5वें नंबर ते हैगा प्यारे बच्चों हेठ लिखे प्रश्नां दे उत्तर दिओ। आपां नूं कुछ प्रश्न दिते होए आ, आपां उन्हां दे उत्तर लिखने ने। ऊड़ा प्रश्न हैगा क्रीमू कोल किन्ने ऊठ सन? उत्तर इहदा होगा क्रीमू कोल 10 ऊठ सन। क्रीमू कोल किन्ने ऊठ सन? क्रीमू कोल 10 ऊठ सन। आड़ा प्रश्न है क्रीमू केड़े ऊठ उत्ते बैठा? क्रीमू उत्तर इसका हैगा बेटा प्यारे बच्चों उत्तर क्रीमू सब तो अखीरले ऊठ उत्ते बैठा। क्रीमू केड़े ऊठ उत्ते बैठा? क्रीमू सब तो अखीरले ऊठ उत्ते बैठा। ईड़ी प्रश्न है क्रीमू केड़ा ऊठ गिनना भुल जांदा सी? क्रीमू जिस ऊठ उत्ते आप बैठा सी उस ऊठ नूं गिनना भुल जांदा सी। क्रीमू केड़ा ऊठ गिनना भुल जांदा सी? क्रीमू उस ऊठ नूं गिनना भुल जांदा सी जिस उपर ओह आप बैठा सी। सस्सा प्रश्न है क्रीमू फिर ऊठ उत्ते क्यों ना बैठा? क्योंकि क्रीमू नूं डर सी कि जेकर ओह ऊठ उत्ते बैठ जाता है तो उसका एक ऊठ घट जाता है। क्रीमू फिर ऊठ उत्ते क्यों ना बैठा? उत्तर हैगा क्योंकि क्रीमू नूं डर सी कि जेकर ओह ऊठ उत्ते बैठ जाएगा तो उसका एक ऊठ घट जाएगा। 6वें नंबर ते बेटा इस पाठ विचों दोहराव वाले भाव समासी शब्द लिखने ने। इन्हां इत्थे किताब विच एक उदाहरण दित्ती हुई है चलदा चलदा।
ਦੋਨੇ ਸ਼ਬਦ ਇੱਕੋ ਜਿਹੇ ਹੁੰਦੇ ਆ, ਵਿਚਾਲੇ ਜੋੜ ਨਹੀਂ ਲੱਗੀ ਹੁੰਦੀ ਹੈ। ਇਹੋ ਜਿਹੇ ਆਪਾਂ ਪਾਠ ਵਿੱਚੋਂ ਹੋਰ ਸ਼ਬਦ ਲਿਖਣੇ ਆ। ਪਹਿਲਾ ਸ਼ਬਦ ਹੈ ਚਲਦਾ ਚਲਦਾ, ਦੂਸਰਾ ਉੱਚੇ ਉੱਚੇ, ਉੱਚੇ ਜੋੜ ਨਹੀਂ ਪਾ ਕੇ ਉੱਚੇ। ਤੀਸਰਾ ਹੈਗਾ ਲੰਮੇ ਲੰਮੇ, ਚੌਥਾ ਲਾ ਲਾ। 7ਵੇਂ ਨੰਬਰ ਤੇ ਸਮਝੋ ਤੇ ਕਰੋ। 3 ਸ਼ਬਦ ਦਿੱਤੇ ਗਏ ਹੈ, ਉਹਦੇ ਅੱਗੇ ਸਾਹਮਣੇ 3 ਹੋਰ ਸ਼ਬਦ ਦਿੱਤੇ ਗਏ ਜਿਨ੍ਹਾਂ ਦਾ ਆਪਾਂ ਮਿਲਾਨ ਕਰਨਾ ਹੈ। ਇੱਕ ਇਹਨਾਂ ਨੇ ਮਿਲਾਨ ਕਰਕੇ ਦਿਖਾਇਆ ਹੋਇਆ ਚੈਨ ਬੇਚੈਨ, ਤਾਂ ਇਹਨੂੰ ਸਮਝਣਾ ਹੈ ਕਿ ਹੋ ਗਏ ਵਿਰੋਧੀ ਸ਼ਬਦ, ਚੈਨ ਦਾ ਬੇਚੈਨ। ਬਾਕੀ 2 ਸ਼ਬਦਾਂ ਦਾ ਵੀ ਆਪਾਂ ਇਦਾਂ ਹੀ ਮਿਲਾਨ ਕਰਨਾ ਹੈ। ਚੈਨ ਦੇ ਅੱਗੇ ਅਗੇਤਰ ਲਾ ਕੇ ਇਹਨਾਂ ਨੇ ਬੇਚੈਨ ਬਣਾਤਾ। ਫਿਕਰ ਬੇਫਿਕਰ, ਇਦਾਂ ਹੀ ਫਿਕਰ ਦੇ ਅੱਗੇ ਅਗੇਤਰ ਲੱਗਿਆ ਹੋਇਆ ਬੇਫਿਕਰ। ਆਰਾਮ ਬੇਆਰਾਮ, ਇਹ ਵਿਰੋਧੀ ਸ਼ਬਦ ਹੋ ਗਏ। ਚੈਨ ਦਾ ਮਿਲਾਨ ਬੇਚੈਨ ਨਾਲ ਕਰਨਾ ਹੈ, ਫਿਕਰ ਦਾ ਬੇਚੈਨ ਮਿਲਾਨ ਬੇਫਿਕਰ ਨਾਲ ਕਰਨਾ ਹੈ, ਆਰਾਮ ਦਾ ਮਿਲਾਨ ਆਪਾਂ ਬੇਆਰਾਮ ਨਾਲ ਕਰਨਾ ਹੈ। 8ਵੇਂ ਨੰਬਰ ਤੇ ਸਮਝੋ ਤੇ ਲਿਖੋ। 4 ਸ਼ਬਦ ਦਿੱਤੇ ਗਏ ਹੋਏ ਆ। ਇੱਕ ਸ਼ਬਦ ਇਹਨਾਂ ਨੇ ਬਣਾ ਕੇ ਦੱਸਿਆ ਟੱਲੀ ਟੱਲੀਆਂ, ਟੱਲੀ ਦਾ ਟੱਲੀਆਂ। ਇੱਕ ਟੱਲੀ ਤੋਂ ਬਾਹਲੀਆਂ ਟੱਲੀਆਂ ਬਣਾਈਆਂ ਹੋਈਆਂ। ਇਸ ਦਾ ਮਤਲਬ ਹੈ ਬੱਚਿਓ ਇਹ ਕੀ ਹੈ, ਬਹੁਵਚਨ। ਇਹਨੇ ਬਹੁਵਚਨ। ਤਾਂ ਆਪਣੇ ਤੇ ਆਪਾਂ ਨਿਚਲੇ 3 ਸ਼ਬਦਾਂ ਦੇ ਵੀ ਬਹੁਵਚਨ ਬਣਾਉਣੇ ਹਨ। ਕਹਾਣੀ ਕਹਾਣੀਆਂ, ਮੰਡੀ ਮੰਡੀਆਂ, ਕਾਪੀ ਕਾਪੀਆਂ। ਟੱਲੀ ਦਾ ਕੀ ਬਣੂਗਾ ਬੱਚਿਓ, ਟੱਲੀਆਂ। ਕਹਾਣੀ ਕਹਾਣੀਆਂ, ਮੰਡੀ ਮੰਡੀਆਂ, ਕਾਪੀ ਕਾਪੀਆਂ। ਪਿਆਰੇ ਬੱਚਿਓ, ਪਾਠ ਦੇ ਸਭ ਤੋਂ ਅਖੀਰ 'ਚ ਇੱਕ ਰਚਨਾਤਮਕ ਕਾਰਜ ਦਿੱਤਾ ਹੋਇਆ ਹੈ, ਜਿਸ ਵਿੱਚ ਇੱਕ ਬਹੁਤ ਹੀ ਪਿਆਰੀ ਊਠ ਦੀ ਤਸਵੀਰ ਬਣੀ ਹੋਈ ਹੈ। ਬਹੁਤ ਹੀ ਪਿਆਰੀ ਊਠ ਦੀ ਤਸਵੀਰ ਬਣਾਈ ਗਈ ਹੈ। ਇਹਦੇ ਵਿੱਚ ਤੁਸੀਂ ਰੰਗ ਭਰਨੇ ਹਨ। ਪਿਆਰੇ ਬੱਚਿਓ, ਤੁਸੀਂ ਊਠ ਵਿੱਚ ਖਾਕੀ ਰੰਗ ਭਰ ਸਕਦੇ ਹੋ। ਖਾਕੀ ਰੰਗ ਦਾ ਹੁੰਦਾ ਊਠ। ਜੇਕਰ ਨਹੀਂ ਖਾਕੀ ਰੰਗ ਮਿਲਦਾ ਤਾਂ ਤੁਸੀਂ ਮਿੱਟੀ ਰੰਗ ਵੀ ਭਰ ਸਕਦੇ ਹੋ, ਜਿਸ ਨੂੰ ਆਪਾਂ ਸਕਿਨ ਕਲਰ ਕਹਿੰਦੇ ਹਾਂ। ਹੋ ਸਕੇ ਤਾਂ ਤੁਸੀਂ ਆਪਣੀਆਂ ਕਾਪੀਆਂ 'ਤੇ ਇਸ ਊਠ ਨੂੰ ਆਪ ਬਾਉਣਾ ਹੈ। ਊਠ ਦੀ ਤਸਵੀਰ ਆਪ ਬਣਾਉਣੀ ਹੈ ਅਤੇ ਉਸ ਵਿੱਚ ਰੰਗ ਭਰ ਕੇ ਦੇਖਣੇ ਹਨ। ਇਸ ਨਾਲ ਤੁਹਾਡੀ ਚਿੱਤਰਕਲਾ 'ਚ ਸੁਧਾਰ ਆਏਗਾ। ਤੁਹਾਨੂੰ ਚਿੱਤਰਕਲਾ 'ਚ ਹੋਰ ਵਧੀਆ ਵਧੀਆ ਚਿੱਤਰ ਬਣਾਉਣ ਦੀ ਪ੍ਰੇਰਨਾ ਮਿਲੇਗੀ। ਇਸ ਤੋਂ ਬਾਅਦ ਊਠ ਬਾਰੇ 5 ਵਾਕ ਬੋਲਣੇ ਆ। ਪਿਆਰੇ ਬੱਚੋ, ਤੁਸੀਂ ਊਠ ਬਾਰੇ 5 ਵਾਕ ਕਹਿ ਸਕਦੇ ਹੋ। ਊਠ ਉੱਚਾ ਤੇ ਲੰਮਾ ਹੁੰਦਾ ਹੈ। ਇਹ ਰੇਤਲੇ ਇਲਾਕੇ ਵਿੱਚ ਬਹੁਤ ਹੀ ਸੌਖੀ ਤਰ੍ਹਾਂ ਤੁਰ ਸਕਦਾ ਹੈ। ਇਹ ਕਈ ਦਿਨ ਪਾਣੀ ਤੋਂ ਬਿਨਾਂ ਜਿਉਂਦਾ ਰਹਿ ਸਕਦਾ ਹੈ। ਇਸ ਨੂੰ ਰੇਗਿਸਤਾਨ ਦਾ ਜਹਾਜ਼ ਵੀ ਕਿਹਾ ਜਾਂਦਾ ਹੈ। ਪਹਿਲੇ ਸਮੇਂ ਵਿੱਚ ਇਸ ਨੂੰ ਸਮਾਨ ਦੀ ਢੋਅ ਢੁਆਈ ਲਈ ਵਰਤਿਆ ਜਾਂਦਾ ਸੀ। ਪਿਆਰੇ ਬੱਚਿਓ, ਇਹ ਊਠ ਬਾਰੇ 5 ਲਾਈਨਾਂ ਤੁਸੀਂ ਆਪਣੀਆਂ ਪੱਕੀਆਂ ਕਾਪੀਆਂ ਉੱਤੇ ਸੋਹਣੀਆਂ ਸੋਹਣੀਆਂ ਕਰਕੇ ਸੋਹਣੀ ਲਿਖਾਈ ਵਿੱਚ ਲਿਖਣੀਆਂ ਹਨ। ਇਹਨਾਂ 5 ਲਾਈਨਾਂ ਨੂੰ ਲਿਖਦੇ ਹੋਏ ਤੁਸੀਂ ਆਪਣੀ ਲਿਖਾਈ ਦਾ ਪੂਰਾ ਧਿਆਨ ਰੱਖਣਾ ਹੈ। ਬਹੁਤ ਹੀ ਸੋਹਣੀ ਲਿਖਾਈ ਕਰਨੀ ਹੈ। ਲਿਖਾਈ ਲਿਖਣ ਵੇਲੇ ਤੁਸੀਂ ਅੱਖਰਾਂ ਦੀ ਅਤੇ ਲਗਾ ਮਾਤਰਾ ਦੀ ਬਣਤਰ ਦਾ ਪੂਰਾ ਧਿਆਨ ਰੱਖਣਾ ਹੈ। ਇੱਕ ਸ਼ਬਦ ਤੋਂ ਦੂਸਰੇ ਸ਼ਬਦ ਦੀ ਵਿੱਥ ਦਾ ਵੀ ਧਿਆਨ ਰੱਖਣਾ ਹੈ। ਇਸ ਨਾਲ ਤੁਹਾਡੀ ਲਿਖਾਈ ਕੀ ਹੈ ਵਿੱਚ ਬਹੁਤ ਸੁਧਾਰ ਆਏਗਾ ਅਤੇ ਤੁਸੀਂ ਸੋਹਣੀ ਲਿਖਾਈ ਕਰਨਾ ਸਿੱਖ ਜਾਓਗੇ। ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਹੁਣ ਕਰੋਨਾ ਵਾਇਰਸ ਕਰਕੇ ਤੁਹਾਨੂੰ ਛੁੱਟੀਆਂ ਹੋਈਆਂ, ਤੁਸੀਂ ਘਰ ਵਿੱਚ ਹੀ ਰਹਿ ਕੇ ਪੜ੍ਹਾਈ ਕਰ ਰਹੇ ਹੋ। ਇਸੇ ਕਰਕੇ ਤੁਸੀਂ ਇਹ ਛੁੱਟੀਆਂ ਦੇ ਜਿਹੜੇ ਵਿਹਲੇ ਸਮੇਂ ਨੂੰ ਘਰ ਵਿੱਚ ਪੜ੍ਹਾਈ ਕਰਕੇ ਜਾਂ ਕੋਈ ਨਾ ਕੋਈ ਵਧੀਆ ਰਚਨਾਤਮਕ ਕਾਰਜ ਕਰਕੇ ਆਪਣੇ ਵਿਹਲੇ ਸਮੇਂ ਨੂੰ ਲੇਖੇ ਲਾਉਣਾ ਹੈ ਅਤੇ ਇਸ ਦਾ ਫਾਇਦਾ ਉਠਾਉਣਾ ਹੈ। ਸੋ ਪਿਆਰੇ ਬੱਚੋ, ਮੈਂ ਤੁਹਾਡੇ ਤੋਂ ਇਸੇ ਆਸ ਨਾਲ ਵਿਦਾ ਲੈਂਦੀ ਹਾਂ ਕਿ ਤੁਸੀਂ ਮੇਰੇ ਦਿੱਤੇ ਹੋਏ ਕੰਮ ਨੂੰ ਬੜੇ ਹੀ ਦਿਲਚਸਪੀ ਢੰਗ ਨਾਲ ਪੂਰਾ ਕਰੋਗੇ। ਬਹੁਤ ਹੀ ਸੁੰਦਰ ਲਿਖਾਈ ਵਿੱਚ ਜੋ ਮੈਂ ਤੁਹਾਨੂੰ ਲਿਖਣ ਨੂੰ ਕਿਹਾ ਉਹ ਲਿਖੋਗੇ ਅਤੇ ਘਰ ਵਿੱਚ ਰਹਿ ਕੇ ਹੀ ਪੜ੍ਹਾਈ ਕਰੋਗੇ।
ਸੋ ਮੈਂ ਅਖੀਰ ਵਿੱਚ ਤੁਹਾਨੂੰ ਸਭ ਨੂੰ ਕਹਿੰਦੀ ਹਾਂ, ਘਰ ਵਿੱਚ ਹੀ ਰਹਿ ਕੇ ਪੜ੍ਹਨਾ ਹੈ, ਖੇਡਣਾ ਹੈ, ਸੁਰੱਖਿਅਤ ਰਹੋ, ਤੰਦਰੁਸਤ ਰਹੋ। ਧੰਨਵਾਦ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। ਦੁਆਬਾ ਰੇਡੀਓ।